ਅਮਰੀਕਾ ਤੇ ਕੈਨੇਡਾ ਵਿੱਚ ਕਈ ਹੈਪੇਟਾਈਟਿਸ ਏ ਫੈਲਣ ਦੇ ਮਾਮਲੇ ਸਾਹਮਣੇ ਆਏ ਨੇ, ਜਿਸ ਸੰਬੰਧੀ ਇੱਕ ਜਾਂਚ ਵੀ ਕੀਤੀ ਜਾ ਰਹੀ ਹੈ ਤੇ ਹੁਣ ਤੱਕ ਜੋ ਜਾਂਚ ਕੀਤੀ ਗਈ ਹੈ ਉਸ ਤੋਂ ਬਾਅਦ ਮੰਨਿਆ ਗਿਆ ਹੈ ਕਿ ਤਾਜ਼ਾ ਆਰਗੈਨਿਕ ਸਟ੍ਰਾਬੇਰੀਜ਼ ਨੇ ਜਿਨ੍ਹਾਂ ਦੇ ਕਰਕੇ ਹੈਪੇਟਾਈਟਿਸ ਏ ਫੈਲਣ ਦੇ ਕੁਝ ਮਾਮਲੇ ਸਾਹਮਣੇ ਆਏ ਨੇ। ਵੀਕਐਂਡ ਦੇ ਉੱਤੇ ਅਮਰੀਕਾ ਤੋਂ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਤੇ ਪਬਲਿਕ ਹੈਲਥ ਏਜੰਸੀ ਆਫ ਕੈਨੇਡਾ ਇਹਨਾਂ ਨੇ ਜਾਣਕਾਰੀ ਜਾਰੀ ਕੀਤੀ ਤੇ ਨਾਲ ਹੀ ਚੇਤਾਵਨੀ ਜਾਰੀ ਕੀਤੀ ਸੀ, ਜਿਸ ਦੇ ਵਿੱਚ ਦੱਸਿਆ ਗਿਆ ਕਿ ਕੈਲੀਫੋਰਨੀਆ ਤੇ ਕੈਨੇਡਾ ਦੇ ਵਿੱਚ ਕੁਝ ਵਿਅਕਤੀਆਂ ਦੇ ਬਿਮਾਰ ਹੋਣ ਦੇ ਮਾਮਲੇ ਸਾਹਮਣੇ ਆਏ ਨੇ, ਜਿਨ੍ਹਾਂ ਨੇ ਫਰੈਸ਼ ਕੈਂਪੋ ਤੇ HEB ਬ੍ਰਾਂਡ ਦੀਆਂ ਸਟ੍ਰਾਬੇਰੀਜ਼ ਖਾਧੀਆਂ ਸਨ, ਜੋ ਕਿ ਆਰਗੈਨਿਕ ਤਾਜ਼ਾ ਸਟ੍ਰਾਬੇਰੀਜ਼ ਸਨ। ਇਹਨਾਂ ਏਜੰਸੀਆਂ ਨੇ ਜਾਣਕਾਰੀ ਜਿੱਥੇ ਦਿੱਤੀ ਹੈ ਤੇ ਨਾਲ ਹੀ ਕਿਹਾ ਕਿ ਇਹਨਾਂ ਸਟ੍ਰਾਬੇਰੀਜ਼ ਨੂੰ 5 ਮਾਰਚ ਤੋਂ ਲੈ ਕੇ 25 ਅਪ੍ਰੈਲ ਦੇ ਦਰਮਿਆਨ ਵੇਚਿਆ ਗਿਆ, ਜੋ ਕਿ ਅਮਰੀਕਾ ਦੇ ਵਿੱਚ ਵੱਖੋ-ਵੱਖਰੀਆਂ ਥਾਵਾਂ ਦੇ ਉੱਤੇ ਵੱਡੇ ਸਟੋਰ ਨੇ ਜੋ ਜਿਵੇਂ ਕਿ ਸੇਫਵੇ, ਵਾਲਮਾਰਟ, ਟ੍ਰੇਡਰ ਜੋਜ਼ ਤੇ ਹੋਰ ਥਾਵਾਂ ਦੇ ਉੱਤੇ ਵੇਚਿਆ ਗਿਆ ਤੇ ਇਸ ਦੇ ਨਾਲ ਹੀ ਕੈਨੇਡਾ ਦੇ ਵਿੱਚ ਐਲਬਰਟਾ ਤੇ ਸਸਕੈਚਵਨ ਦੇ ਅੰਦਰ ਕੋਆਪ ਸਟੋਰ ਨੇ ਜੋ ਉੱਥੇ ਵੇਚੀਆਂ ਗਈਆਂ ਨੇ। ਹੁਣ ਤੱਕ ਦੱਸਿਆ ਗਿਆ ਕਿ ਇਸ ਦੇ ਨਾਲ 17 ਜਣੇ ਬਿਮਾਰ ਹੋ ਚੁੱਕੇ ਨੇ ਤੇ 12 ਜਣਿਆਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਉਣ ਦੀ ਲੋੜ ਪਈ ਹੈ, ਜੋ ਅਮਰੀਕਾ ਨੇ ਅੰਕੜੇ ਜਾਰੀ ਕੀਤੇ ਨੇ। ਤੇ ਇਸ ਦੇ ਨਾਲ ਹੀ ਕੈਨੇਡਾ ਦੇ ਵਿੱਚ 10 ਮਾਮਲੇ ਹੁਣ ਤੱਕ ਸਾਹਮਣੇ ਆ ਚੁੱਕੇ ਨੇ, ਜਿਨ੍ਹਾਂ ਦੇ ਵਿੱਚੋਂ 4 ਜਣਿਆਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਜਾ ਚੁੱਕਿਆ ਹੈ। ਜਿਸ ਸੰਬੰਧੀ ਜਦੋਂ ਇਹ ਜਾਣਕਾਰੀ ਦਿੱਤੀ ਗਈ ਹੈ ਤਾਂ ਚੇਤਾਵਨੀ ਵੀ ਜਾਰੀ ਕੀਤੀ ਗਈ ਹੈ। ਜੇਕਰ ਕਿਸੇ ਨੇ ਵੀ ਇਹਨਾਂ ਤਰੀਕਾ ਜੋ ਕਿ ਪਹਿਲਾਂ ਦੱਸੀਆਂ ਗਈਆਂ ਨੇ ਦੇ ਦਰਮਿਆਨ ਇਹ ਆਰਗੈਨਿਕ ਫਰੈਸ਼ ਸਟ੍ਰਾਬੇਰੀਜ਼ ਖਰੀਦੀਆਂ ਨੇ ਤਾਂ ਉਹਨਾਂ ਨੂੰ ਹੋਰ ਅੱਗੇ ਨਾ ਰੱਖਿਆ ਜਾਵੇ, ਸੁੱਟ ਦਿੱਤਾ ਜਾਵੇ ਜਾਂ ਫਿਰ ਜਿਹੜੀ ਥਾਂ ਤੋਂ ਖਰੀਦੀਆਂ ਗਈਆਂ ਨੇ ਉੱਥੇ ਵਾਪਸ ਕਰ ਦਿੱਤਾ ਜਾਵੇ। ਬਿਜਲੀ ਸਪਲਾਈ ਨੂੰ ਪੂਰੀ ਤਰ੍ਹਾਂ ਬਹਾਲ ਕਰਨ ਲਈ ਸ਼ਹਿਰ ਵਿੱਚ ਅਜੇ ਵੀ ਸੈਂਕੜੇ ਛੋਟੀਆਂ ਰੁਕਾਵਟਾਂ ਨਾਲ ਨਜਿੱਠਣਾ ਬਾਕੀ ਹੈ। ਐਤਵਾਰ ਨੂੰ ਪਾਵਰ ਗ੍ਰਿਡ ਦੇ ਵੱਡੇ ਹਿੱਸੇ ਵਿੱਚ ਬਿਜਲੀ ਬਹਾਲ ਕਰਨ ਤੋਂ ਬਾਅਦ ਹਾਈਡਰੋ ਕਰੂ ਹੁਣ ਓਟਵਾ ਸ਼ਹਿਰ ਵਿੱਚ ਆਊਟੇਜ ਦੀ ਛੋਟੀਆਂ ਥਾਵਾਂ ਤੇ ਧਿਆਨ ਦੇ ਰਹੀ ਹੈ। ਸੋਮਵਾਰ ਸਵੇਰੇ 8 ਵਜੇ ਤੱਕ ਪੂਰੇ ਓਟਵਾ ਵਿੱਚ 8000 ਗਾਹਕ ਬਿਜਲੀ ਤੋਂ ਬਿਨਾਂ ਰਹੇ। 21 ਮਈ ਦੇ ਤੂਫਾਨ ਨਾਲ ਰਾਜਧਾਨੀ ਵਿੱਚ ਨੁਕਸਾਨ ਹੋਣ ਤੋਂ ਬਾਅਦ ਹੁਣ ਤੱਕ 1,72,000 ਹਾਈਡਰੋ ਓਟਵਾ ਦੇ ਗਾਹਕਾਂ ਨੂੰ ਬਿਜਲੀ ਬਹਾਲ ਕਰ ਦਿੱਤੀ ਗਈ ਹੈ। ਹਾਈਡਰੋ ਓਟਵਾ ਦੇ CEO ਬ੍ਰਾਈਸ ਕੋਨਾਰਡ ਨੇ ਕਿਹਾ ਕਿ ਪੂਰੇ ਸ਼ਹਿਰ ਵਿੱਚ 300 ਤੋਂ ਵੱਧ ਛੋਟੇ ਆਊਟੇਜ ਹਨ, ਜਿਸ ਵਿੱਚ 50 ਤੋਂ ਵੱਧ ਗਾਹਕਾਂ ਦੇ 33 ਆਊਟੇਜ, 10 ਤੋਂ 50 ਗਾਹਕਾਂ ਵਿੱਚੋਂ 27 ਅਤੇ 10 ਜਾਂ ਇਸ ਤੋਂ ਘੱਟ ਗਾਹਕਾਂ ਨੂੰ ਪ੍ਰਭਾਵਿਤ ਕਰਨ ਵਾਲੇ 273 ਆਊਟੇਜ ਸ਼ਾਮਲ ਹਨ। ਹਾਈਡਰੋ ਓਟਵਾ ਦਾ ਕਹਿਣਾ ਹੈ ਕਿ ਓਟਵਾ ਵਿੱਚ ਤੂਫਾਨ ਆਉਣ ਕਰਕੇ 10 ਦਿਨਾਂ ਬਾਅਦ ਵੀ ਹਜ਼ਾਰਾਂ ਗਾਹਕ ਅਜੇ ਵੀ ਹਨੇਰੇ ਵਿੱਚ ਨੇ, ਕਿਉਂਕਿ ਰੁੱਖਾਂ ਦੇ ਸੰਪਰਕ, ਉਪਕਰਨਾਂ ਅਤੇ ਹਾਈਡਰੋ ਦੇ ਬੁਨਿਆਦੀ ਢਾਂਚੇ ਵਿੱਚ ਨੁਕਸਾਨ ਹੋਣ ਕਰਕੇ ਵੱਧ ਸਮਾਂ ਲੱਗ ਰਿਹਾ ਹੈ। ਬਿਜਲੀ ਬੰਦ ਹੋਣ ਕਾਰਨ ਅੱਜ ਦਰਜਨ ਤੋਂ ਵੱਧ ਸਕੂਲ ਬੰਦ ਰਹੇ ਅਤੇ ਇਸ ਦੇ ਨਾਲ ਹੀ ਓਟਵਾ ਸ਼ਹਿਰ ਵਿੱਚ ਕਮਿਊਨਿਟੀ ਸਹਾਇਤਾ ਦੀ ਜਾਣਕਾਰੀ ਲਈ ਇੱਕ ਸਟਾਪ ਦੁਕਾਨਾਂ ਖੋਲ੍ਹ ਰਿਹਾ ਹੈ। ਐਤਵਾਰ ਸ਼ਾਮ ਨੂੰ ਕਾਉਂਸਲ ਨੂੰ ਦਿੱਤੇ ਇੱਕ ਮੈਮੋ ਵਿੱਚ ਕੋਨਾਰਡ ਨੇ ਕਿਹਾ ਕਿ ਬੁਨਿਆਦੀ ਢਾਂਚੇ ਨੂੰ ਮੁੜ ਕਨੈਕਟ ਕਰਨ ਤੋਂ ਬਾਅਦ ਬਲਕ ਪਾਵਰ ਗ੍ਰਿਡ ਵਿੱਚ ਜਿੰਨੀ ਜਲਦੀ ਹੋ ਸਕੇ ਓਨੀ ਛੇਤੀ ਹਰੇਕ ਸਰਕਟ ਲਈ ਬਿਜਲੀ ਸਪਲਾਈ ਕੀਤੀ ਜਾਵੇਗੀ। ਕੋਨਾਰਡ ਨੇ ਜਾਣਕਾਰੀ ਦਿੱਤੀ ਕਿ ਅਜੇ ਵੀ 9000 ਗਾਹਕ ਨੇ ਜਿਨ੍ਹਾਂ ਦੇ ਘਰਾਂ ਦਾ ਬਿਜਲੀ ਕਨੈਕਸ਼ਨ ਪਾਵਰ ਗ੍ਰਿਡ ਨਾਲ ਅਜੇ ਤੱਕ ਕਨੈਕਟ ਨਹੀਂ ਹੋਇਆ। ਬਲਕ ਗ੍ਰਿਡ ਦੇ ਕਾਰਜਸ਼ੀਲ ਹੋਣ ਦੇ ਨਾਲ ਸਾਡੇ ਅਮਲੇ ਹੁਣ ਪਾਵਰ ਆਊਟੇਜ ਦੀ ਛੋਟੀਆਂ ਥਾਵਾਂ ਤੇ ਬਿਜਲੀ ਬਹਾਲ ਕਰਨ ਲਈ ਕੰਮ ਕਰਨਗੇ। ਟੋਰਾਂਟੋ, ਕਿੰਗਸਟਨ, ਲੰਡਨ ਅਤੇ ਨਿਊ ਬ੍ਰੰਸਵਿਕ ਦੇ ਹਾਈਡਰੋ ਕਰੂ ਹਾਈਡਰੋ ਓਟਵਾ ਦੇ ਅਮਲੇ ਦੀ ਸਹਾਇਤਾ ਕਰ ਰਹੇ ਨੇ। ਕੋਨਾਰਡ ਨੇ ਕਿਹਾ ਕਿ ਐਤਵਾਰ ਨੂੰ ਹੋਰ 50 ਠੇਕੇਦਾਰ ਇਸ ਕੋਸ਼ਿਸ਼ ਵਿੱਚ ਸ਼ਾਮਲ ਹੋਏ ਅਤੇ ਇਸ ਦੇ ਨਾਲ ਹੀ ਹੋਰ ਮਦਦ ਆਉਣ ਦੀ ਵੀ ਉਮੀਦ ਹੈ। ਕੈਨੇਡਾ ਦੀ ਲਿਬਰਲ ਸਰਕਾਰ ਨੇ ਇੱਕ ਬਿੱਲ ਪੇਸ਼ ਕੀਤਾ ਹੈ ਜੋ ਹਥਿਆਰਾਂ ਨੂੰ ਰੱਖਣ ਦੇ ਉੱਤੇ ਸਖਤੀ ਦੇ ਬਾਰੇ ਹੈ। ਕੌਮੀ ਪੱਧਰ ਦੇ ਉੱਤੇ ਬਾਹਰ ਤੋਂ ਪਿਸਤੌਲ ਲਿਆਉਣ, ਖਰੀਦਣ ਜਾਂ ਵੇਚਣ ਤੇ ਰੋਕ ਲਗਾਈ ਜਾਵੇਗੀ, ਜੋ ਇਸ ਬਿੱਲ ਵਿੱਚ ਮੁੱਖ ਤੌਰ ਤੇ ਸ਼ਾਮਲ ਹੈ। ਸਰਕਾਰ ਦਾ ਕਹਿਣਾ ਹੈ ਕਿ ਇਸ ਬਿੱਲ ਮੁਤਾਬਕ ਅਜਿਹੇ ਵਿਅਕਤੀ ਜਿਨ੍ਹਾਂ ਦਾ ਕੋਈ ਕ੍ਰਿਮੀਨਲ ਰੈਕਡ ਹੋਵੇ ਜਾਂ ਕੋਈ ਘਰੇਲੂ ਹਿੰਸਾ ਵਿੱਚ ਸ਼ਾਮਲ ਹੋਵੇ ਜਾਂ ਕਿਸੇ ਨੂੰ ਕਦੀ ਕੋਈ ਪਰੇਸ਼ਾਨ ਕੀਤਾ ਗਿਆ ਹੋਵੇ ਕਿਸੇ ਵੱਲੋਂ, ਤਾਂ ਉਹਨਾਂ ਤੋਂ ਪਿਸਤੌਲ ਰੱਖਣ ਦੇ ਲਾਇਸੈਂਸ ਵਾਪਸ ਲੈ ਲਏ ਜਾਣਗੇ ਤੇ ਹਥਿਆਰ ਪੁਲਿਸ ਕੋਲ ਜਮ੍ਹਾਂ ਕਰਵਾਉਣੇ ਪੈਣਗੇ। ਸਰਕਾਰ ਵੱਲੋਂ ਦਾਅਵਾ ਕੀਤਾ ਗਿਆ ਕਿ ਉਹਨਾਂ ਦੀ ਰਣਨੀਤੀ ਹਥਿਆਰਾਂ ਦੀ ਤਸਕਰੀ ਨੂੰ ਰੋਕਣ ਦੇ ਬਾਰੇ ਹੈ, ਜਿਸ ਸੰਬੰਧੀ ਸਜ਼ਾ ਦੇ ਵਿੱਚ ਹੋਰ ਜ਼ਿਆਦਾ ਸਖਤੀ ਵੀ ਕੀਤੀ ਜਾਵੇਗੀ। ਇਸ ਬਿੱਲ ਮੁਤਾਬਕ ਇੱਕ ਨਵਾਂ ਰੈੱਡ ਫਲੈਗ ਕਾਨੂੰਨ ਬਣੇਗਾ, ਜਿਸ ਦੇ ਨਾਲ ਅਦਾਲਤਾਂ ਦੇ ਕੋਲ ਹੱਕ ਹੋਵੇਗਾ ਕਿ ਜਿਸ ਵੀ ਵਿਅਕਤੀ ਨੂੰ ਉਹ ਖਤਰਨਾਕ ਸਮਝਣ, ਫਿਰ ਬੇਸ਼ੱਕ ਉਹ ਆਪਣੇ ਲਈ ਹੀ ਖਤਰਾ ਕਿਉਂ ਨਾ ਹੋਵੇ, ਕਿ ਉਹ ਖੁਦ ਦਾ ਨੁਕਸਾਨ ਕਰ ਸਕਦਾ ਹੈ ਜਾਂ ਕਿਸੇ ਹੋਰ ਦੇ ਲਈ, ਉਹਨਾਂ ਨੂੰ ਆਪਣੇ ਹਥਿਆਰ ਪੁਲਿਸ ਕੋਲ ਜਮ੍ਹਾਂ ਕਰਵਾਉਣ ਦੇ ਲਈ ਕਿਹਾ ਜਾ ਸਕੇਗਾ। ਲੰਮੇ ਗਨ ਮੈਗਜ਼ੀਨ ਪੱਕੇ ਤੌਰ ਦੇ ਉੱਤੇ ਬੈਨ ਵੀ ਕੀਤੇ ਜਾ ਸਕਦੇ ਨੇ ਤਾਂ ਕਿ ਇੱਕ ਵਾਰ ਵਿੱਚ 5 ਤੋਂ ਵੱਧ ਗੋਲੀਆਂ ਪਿਸਤੌਲ ਦੇ ਵਿੱਚ ਨਾ ਹੋ ਸਕਣ। ਇਸ ਦੇ ਨਾਲ ਹੀ ਇਸ ਸੰਬੰਧੀ ਹੋਰ ਵੀ ਅੱਗੇ ਕਦਮ ਚੁੱਕੇ ਜਾਣਗੇ,
ਜਿਸ ਸੰਬੰਧੀ ਇਹ ਬਿੱਲ ਪੇਸ਼ ਕੀਤਾ ਗਿਆ ਹੈ। We're introducing legislation to implement a national freeze on handgun ownership. What this means is that it will no longer be possible to buy, sell, transfer, or import handguns anywhere in Canada. In other words, we're capping the market for handguns. As a further part of this new legislation, we're also fighting gun smuggling and trafficking by increasing maximum criminal penalties and providing more tools for law enforcement to investigate firearm crimes. And we'll require the permanent alteration of long gun magazines so they can never hold more than 5 rounds. These are actions that doctors, experts, and chiefs of police have been calling for years. And we're acting on their advice. ਇੱਥੇ ਜ਼ਿਕਰਯੋਗ ਹੈ ਕਿ ਜੋ ਅਮਰੀਕਾ ਦੇ ਵਿੱਚ ਸਕੂਲ ਦੇ ਅੰਦਰ ਛੋਟੇ ਬੱਚਿਆਂ ਦੇ ਗੋਲੀਆਂ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ, ਉਸ ਤੋਂ ਬਾਅਦ ਤੁਰੰਤ ਕੈਨੇਡਾ ਦੇ ਵਿੱਚ ਵੀ ਹਥਿਆਰਾਂ ਸੰਬੰਧੀ ਸਖਤ ਐਕਸ਼ਨ ਲਏ ਜਾਣ ਦੇ ਬਾਰੇ ਦਾਅਵੇ ਸ਼ੁਰੂ ਕਰ ਦਿੱਤੇ ਗਏ ਨੇ, ਜੋ ਕਿ ਪਹਿਲਾਂ ਲੰਮੇ ਚਿਰ ਤੋਂ ਇਸ ਉੱਤੇ ਰਣਨੀਤੀ ਬਣਾਉਣ ਜਾਂ ਇਸ ਉੱਤੇ ਕੰਮ ਕੀਤੇ ਜਾਣ ਦੇ ਬਾਰੇ ਕਿਹਾ ਜ਼ਰੂਰ ਜਾ ਰਿਹਾ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਅੱਗੇ ਇਸ ਸੰਬੰਧੀ ਇਸ ਨੂੰ ਲਾਗੂ ਕਦੋਂ ਤੱਕ ਕੀਤਾ ਜਾਂਦਾ ਤੇ ਕਦਮ ਕੀ ਚੁੱਕੇ ਜਾਂਦੇ ਨੇ। ਦੱਖਣੀ ਐਲਬਰਟਾ RCMP ਦਾ ਕਹਿਣਾ ਹੈ ਕਿ ਉਹਨਾਂ ਨੇ ਕਲੇਰਸ਼ੋਲਮ ਵਿੱਚ ਇੱਕ ਘਰ ਵਿੱਚ ਭੰਨਤੋੜ ਕਰਕੇ ਦਾਖਲ ਹੋਣ ਦੇ ਮਾਮਲੇ 'ਚ 2 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਕਲੇਰਸ਼ੋਲਮ ਦੀ ਟੁਕੜੀ ਦੇ ਮੈਂਬਰਾਂ ਨੂੰ 27 ਮਈ ਨੂੰ ਸਵੇਰੇ 6:53 ਵਜੇ 3A ਸਟਰੀਟ ਦੇ 5000 ਬਲਾਕ ਵਿੱਚ ਇੱਕ ਘਰ ਵਿੱਚ ਵਾਪਰ ਰਹੀ ਘਟਨਾ ਬਾਰੇ ਜਾਣਕਾਰੀ ਮਿਲੀ ਸੀ। ਨੈਂਟਨ RCMP ਅਫਸਰਾਂ ਨੇ ਘਟਨਾ ਸਥਾਨ ਤੇ ਪਹੁੰਚ ਕੇ ਕਾਰਵਾਈ ਕਰਦੇ ਹੋਏ ਇੱਕ ਸ਼ੱਕੀ ਨੂੰ ਗ੍ਰਿਫਤਾਰ ਕੀਤਾ ਜੋ ਪੈਦਲ ਉੱਥੋਂ ਭੱਜ ਰਿਹਾ ਸੀ। ਜਦੋਂ ਉਸ ਦੀ ਤਲਾਸ਼ੀ ਲਈ ਗਈ ਤਾਂ ਪੁਲਿਸ ਨੂੰ ਚੋਰੀ ਦੇ ਸਮਾਨ ਦੇ ਨਾਲ-ਨਾਲ ਭੰਨਤੋੜ ਕਰਨ ਵਾਲੇ ਔਜ਼ਾਰ ਅਤੇ ਇੱਕ ਨਕਲ ਵਾਲੀ ਹੈਂਡਗਨ ਵੀ ਮਿਲੀ। ਇਸ ਦੇ ਨਾਲ ਹੀ ਪੁਲਿਸ ਨੇ ਇੱਕ ਹੋਰ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਜੋ ਉਸ ਸਮੇਂ ਥੋੜੀ ਹੀ ਦੂਰ ਇੱਕ ਵਾਹਨ ਵਿੱਚ ਬੈਠਾ ਇੰਤਜ਼ਾਰ ਕਰ ਰਿਹਾ ਸੀ। ਪੁਲਿਸ ਦਾ ਮੰਨਣਾ ਹੈ ਕਿ ਨੈਂਟਨ ਵਿੱਚ ਹੋਏ ਮੋਟਰਸਾਈਕਲ ਚੋਰੀ ਦੇ ਮਾਮਲੇ 'ਚ ਵੀ ਦੋਵੇਂ ਮੁਲਜ਼ਮਾਂ ਦਾ ਹੱਥ ਹੋ ਸਕਦਾ ਹੈ, ਜਿੱਥੇ ਲੈਥਬ੍ਰਿਜ ਤੋਂ ਇੱਕ ਇਨਕਲੋਜ਼ ਟ੍ਰੇਲਰ ਦੀ ਵਰਤੋਂ ਕਰਕੇ ਮੋਟਰਸਾਈਕਲ ਦੀ ਚੋਰੀ ਨੂੰ ਅੰਜਾਮ ਦਿੱਤਾ ਗਿਆ ਸੀ। 44 ਸਾਲਾ ਮਾਈਕਲ ਟ੍ਰੇਸੀ ਅਤੇ 37 ਸਾਲ ਦੇ ਵਿਲੀਅਮ ਡੌਗਲਸ ਤੇ ਇੱਕ ਵਰਜਿਤ ਹਥਿਆਰ ਦੀ ਵਰਤੋਂ ਕਰਨਾ, ਖਤਰਨਾਕ ਮਕਸਦ ਲਈ ਹਥਿਆਰ ਆਪਣੇ ਕੋਲ ਰੱਖਣ ਅਤੇ ਹੋਰ ਕਈ ਦੋਸ਼ਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਮੁਲਜ਼ਮ ਮਾਈਕਲ ਟ੍ਰੇਸੀ ਨੂੰ 30 ਮਈ ਨੂੰ ਲੈਥਬ੍ਰਿਜ ਪ੍ਰੋਵਿੰਸ਼ੀਅਲ ਅਦਾਲਤ ਵਿੱਚ ਜ਼ਮਾਨਤ ਦੀ ਸੁਣਵਾਈ ਲਈ ਪੇਸ਼ ਕੀਤਾ ਗਿਆ ਸੀ, ਜਦੋਂ ਕਿ ਡੌਗਲਸ ਨੂੰ 20 ਜੁਲਾਈ ਨੂੰ ਫੋਰਟ ਮੈਕਲੋਡ ਸੂਬਾਈ ਅਦਾਲਤ ਵਿੱਚ ਪੇਸ਼ ਹੋਣ ਦੇ ਵਾਅਦੇ ਦੇ ਨਾਲ ਰਿਹਾ ਕਰ ਦਿੱਤਾ ਗਿਆ ਹੈ। ਓਟਵਾ ਵਿੱਚ ਲਾਪਤਾ ਹੋਈ 12 ਸਾਲ ਦੀ ਬੱਚੀ ਦਾ ਪਤਾ ਲਗਾਉਣ ਲਈ ਪੁਲਿਸ ਵੱਲੋਂ ਮਦਦ ਦੀ ਮੰਗ ਕੀਤੀ ਜਾ ਰਹੀ ਹੈ। ਪੁਲਿਸ ਨੇ ਕੁੜੀ ਦੀ ਭਾਲ ਲਈ ਉਸ ਦੀਆਂ ਤਸਵੀਰਾਂ ਵੀ ਜਾਰੀਆਂ ਕੀਤੀਆਂ ਨੇ ਤਾਂ ਜੋ ਬੱਚੀ ਦਾ ਜਲਦ ਤੋਂ ਜਲਦ ਪਤਾ ਲੱਗ ਸਕੇ। ਲਾਪਤਾ ਹੋਈ ਕਿਸ਼ਾ ਲਾਰਬੀ ਨਾਮ ਦੀ ਬੱਚੀ ਨੂੰ ਆਖਰੀ ਵਾਰ ਸ਼ਾਮ 7:30 ਵਜੇ ਹਾਥੋਰਨ ਪਾਰਕ ਵਿੱਚ ਦੇਖਿਆ ਗਿਆ ਸੀ। ਕਿਸ਼ਾ ਦਾ ਕੱਦ 5 ਫੁੱਟ 4 ਇੰਚ ਦੱਸਿਆ ਗਿਆ ਹੈ ਅਤੇ ਉਸ ਦੇ ਛੋਟੇ ਕਾਲੇ ਵਾਲ ਹਨ। ਉਸ ਨੂੰ ਆਖਰੀ ਵਾਰ ਇੱਕ ਪਲੇਟ ਗੂੜੇ ਹਰੇ ਰੰਗ ਦੀ ਸਕਰਟ, ਇੱਕ ਕੈਮੋ ਗ੍ਰੇ ਹੁਡੀ ਅਤੇ ਕਾਲੇ ਜੁੱਤੇ ਪਾਏ ਹੋਏ ਦੇਖਿਆ ਗਿਆ ਸੀ। ਪਰਿਵਾਰ ਵੱਲੋਂ ਉਸ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਪ੍ਰਗਟਾਈ ਜਾ ਰਹੀ ਹੈ ਅਤੇ ਇਸ ਦੇ ਨਾਲ ਹੀ ਪੁਲਿਸ ਵੱਲੋਂ ਵੀ ਬੱਚੀ ਦੀ ਭਾਲ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਿਸ਼ਾ ਦੇ ਮੌਜੂਦਾ ਠਿਕਾਣੇ ਬਾਰੇ ਜਾਣਕਾਰੀ ਵਾਲੇ ਕਿਸੇ ਵੀ ਵਿਅਕਤੀ ਨੂੰ ਓਟਵਾ ਪੁਲਿਸ ਨੂੰ 6132361222 ਤੇ ਕਾਲ ਕਰਨ ਲਈ ਕਿਹਾ ਗਿਆ ਹੈ। ਕੈਲਗਰੀ ਦੇ ਲੈਥਬ੍ਰਿਜ ਅਲਟਾ ਵਿੱਚ ਇੱਕ ਵਿਅਕਤੀ ਤੇ ਇੱਕ ਨਾਬਾਲਗ ਬੱਚੀ ਨਾਲ ਜਿਨਸੀ ਹਮਲੇ ਅਤੇ ਸ਼ੋਸ਼ਣ ਦੇ ਸੰਬੰਧ ਵਿੱਚ ਅਪਰਾਧਿਕ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਮਾਮਲੇ 'ਚ ਕਾਰਵਾਈ ਕਰਦੇ ਹੋਏ ਮੁਲਜ਼ਮ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ। ਜਾਣਕਾਰੀ ਮੁਤਾਬਕ 28 ਅਪ੍ਰੈਲ 2022 ਨੂੰ ਪੁਲਿਸ ਨੂੰ ਸ਼ਿਕਾਇਤ ਮਿਲੀ ਸੀ ਕਿ ਇੱਕ 16 ਸਾਲ ਦੀ ਨਾਬਾਲਗ ਕੁੜੀ ਦਾ ਇੱਕ ਜਾਣਕਾਰ ਵਿਅਕਤੀ ਦੁਆਰਾ ਜਿਨਸੀ ਸ਼ੋਸ਼ਣ ਕੀਤਾ ਗਿਆ ਸੀ। ਪੁਲਿਸ ਦੁਆਰਾ ਕੀਤੀ ਗਈ ਜਾਂਚ ਤੋਂ ਪਤਾ ਲੱਗਾ ਹੈ ਕਿ ਬੱਚੀ ਦੀ ਉਮਰ ਉਸ ਸਮੇਂ 15 ਸਾਲ ਦੀ ਸੀ ਜਦੋਂ ਤੋਂ ਉਹ ਮੁਲਜ਼ਮ ਵਿਅਕਤੀ ਦੇ ਨਾਲ ਉਸ ਦੇ ਘਰ ਰਹਿ ਰਹੀ ਸੀ, ਜਿੱਥੇ ਉਸ ਨੂੰ 2021 ਵਿੱਚ ਕਈ ਵਾਰ ਨਸ਼ੀਲੇ ਪਦਾਰਥ ਦਿੱਤੇ ਗਏ ਅਤੇ ਕਈ ਮਹੀਨਿਆਂ ਤੱਕ ਉਸ ਨਾਲ ਜਿਨਸੀ ਸ਼ੋਸ਼ਣ ਕੀਤਾ ਗਿਆ। ਜਾਂਚਕਰਤਾਵਾਂ ਨੇ ਮੁਲਜ਼ਮ ਦੇ ਘਰ ਤੋਂ ਬਾਲ ਅਸ਼ਲੀਲ ਤਸਵੀਰਾਂ ਵਾਲੇ ਇਲੈਕਟ੍ਰੋਨਿਕ ਉਪਕਰਨ ਵੀ ਜ਼ਬਤ ਕੀਤੇ ਨੇ। ਲੈਥਬ੍ਰਿਜ ਦੇ 43 ਸਾਲਾ ਜੇਮਸ ਰੋਬਰਟ ਮਾਰਟੀਨੈਕ
ਤੇ ਜਿਨਸੀ ਹਮਲੇ, ਜਿਨਸੀ ਸ਼ੋਸ਼ਣ, ਹਮਲਾ ਕਰਨਾ, ਧਮਕੀਆਂ ਦੇਣਾ, ਬਾਲ ਪੋਰਨੋਗ੍ਰਾਫੀ ਰੱਖਣ ਅਤੇ ਬੱਚੀ ਨੂੰ ਨਸ਼ੀਲੇ ਪਦਾਰਥ ਦੇ ਕੇ ਉਸ ਦੀ ਜਾਨ ਨੂੰ ਖਤਰੇ ਵਿੱਚ ਪਾਉਣ ਦੇ ਦੋਸ਼ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਮੁਲਜ਼ਮ ਮਾਰਟਿਨੇਕ ਇਸ ਸਮੇਂ ਹਿਰਾਸਤ ਵਿੱਚ ਹੈ ਅਤੇ 31 ਮਈ ਨੂੰ ਜ਼ਮਾਨਤ ਦੀ ਸੁਣਵਾਈ ਲਈ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਪੁਲਿਸ ਦਾ ਮੰਨਣਾ ਹੈ ਕਿ ਮੁਲਜ਼ਮ ਵਿਅਕਤੀ ਦਾ ਹੋਰ ਕੁੜੀਆਂ ਨਾਲ ਵੀ ਸੰਪਰਕ ਸੀ। ਜੇਕਰ ਕਿਸੇ ਵੀ ਵਿਅਕਤੀ ਕੋਲ ਇਸ ਮਾਮਲੇ ਨਾਲ ਸੰਬੰਧਿਤ ਕੋਈ ਵੀ ਜਾਣਕਾਰੀ ਮੌਜੂਦ ਹੈ ਤਾਂ ਉਹਨਾਂ ਨੂੰ ਸਾਰਜੈਂਟ ਨਾਲ ਸੰਪਰਕ ਕਰਨ ਲਈ ਕਿਹਾ ਗਿਆ ਹੈ। ਸਰੀ ਦੇ ਇੱਕ ਪਾਰਕ ਵਿੱਚ ਇੱਕ ਨੌਜਵਾਨ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਹੇਜ਼ਲਨਟ ਮੈਡੋਜ਼ ਪਾਰਕ ਜੋ ਕਿ 140 ਸਟਰੀਟ ਦੇ ਉੱਤੇ 68 ਐਵੇਨਿਊ ਤੇ 70 ਐਵੇਨਿਊ ਦੇ ਦਰਮਿਆਨ ਇਸ ਨੌਜਵਾਨ ਦੀ ਪਛਾਣ ਨੂੰ ਹੁਣ ਪੁਲਿਸ ਨੇ ਜਨਤਕ ਕੀਤਾ ਹੈ, ਜਿਸ ਦੇ ਬਾਰੇ ਦੱਸਿਆ ਗਿਆ ਕਿ 18 ਸਾਲ ਦਾ ਮਾਨਵ ਕਿੰਕਰ ਨਾਮਕ ਨੌਜਵਾਨ ਸੀ, ਜਿਸ ਦੀ ਕਿ ਤਸਵੀਰ ਵੀ ਜਾਰੀ ਕੀਤੀ ਗਈ ਹੈ। ਇਹ ਨੌਜਵਾਨ ਬਰਨਬੀ ਦਾ ਰਹਿਣ ਵਾਲਾ ਸੀ। ਜਦੋਂ ਉਸਦੇ ਕਤਲ ਦਾ ਮਾਮਲਾ ਸਾਹਮਣੇ ਆਇਆ, ਪੁਲਿਸ ਨੂੰ ਇੱਕ ਘਟਨਾ ਵਾਪਰਨ ਦੇ ਬਾਰੇ ਪਤਾ ਲੱਗਿਆ। ਉਸੇ ਸਮੇਂ ਉਸਦੇ ਮਾਪਿਆਂ ਨੇ ਪੁਲਿਸ ਨੂੰ ਉਸਦੇ ਲਾਪਤਾ ਹੋਣ ਦੀ ਵੀ ਰਿਪੋਰਟ ਦਿੱਤੀ ਸੀ, ਜਿਸ ਦੇ ਬਾਰੇ ਸਰੀ RCMP ਦੇ ਨਾਲ ਮਿਲ ਕੇ ਇੰਟੀਗ੍ਰੇਟਿਡ ਹੋਮਿਸਾਈਡ ਇਨਵੈਸਟੀਗੇਸ਼ਨ ਟੀਮ ਦੇ ਵੱਲੋਂ ਜੋ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਆਈਹਿਟ ਨੇ ਹੀ ਇਸ ਮਾਮਲੇ ਦੇ ਬਾਰੇ ਸਾਰੀ ਜਾਣਕਾਰੀ ਸਾਂਝੀ ਕੀਤੀ ਹੈ, ਜਿਸ ਦੇ ਬਾਰੇ ਅਧਿਕਾਰੀਆਂ ਦਾ ਕਹਿਣਾ ਹੈ ਕਿ 26 ਮਈ 2022 ਨੂੰ ਰਾਤ ਦੇ 8:45 ਵਜੇ ਦੇ ਨੇੜੇ ਦਾ ਮਾਮਲਾ ਹੈ, ਜਦੋਂ ਸਰੀ RCMP ਨੂੰ ਹੇਜ਼ਲਨਟ ਮੈਡੋਜ਼ ਪਾਰਕ ਦੇ ਵਿੱਚ ਬੁਲਾਇਆ ਗਿਆ, ਜਿੱਥੇ ਕਿ ਜਦੋਂ ਅਧਿਕਾਰੀ ਮੌਕੇ ਦੇ ਉੱਤੇ ਪਹੁੰਚੇ ਤਾਂ ਨੌਜਵਾਨ ਨੇ ਪਹਿਲਾਂ ਹੀ ਦਮ ਤੋੜ ਦਿੱਤਾ ਸੀ, ਜਿਸ ਨੂੰ ਦੇਖਦਿਆਂ ਹੀ ਅਧਿਕਾਰੀਆਂ ਨੂੰ ਅੰਦਾਜ਼ਾ ਹੋ ਗਿਆ ਸੀ ਕਿ ਉਸ ਦਾ ਕਤਲ ਹੋਇਆ ਹੈ, ਜਿਸ ਤੋਂ ਬਾਅਦ ਇੰਟੀਗ੍ਰੇਟਿਡ ਹੋਮਿਸਾਈਡ ਇਨਵੈਸਟੀਗੇਸ਼ਨ ਟੀਮ ਨੂੰ ਮੌਕੇ ਦੇ ਉੱਤੇ ਬੁਲਾਇਆ ਗਿਆ। ਇਸ ਦੌਰਾਨ ਜਿਵੇਂ ਹੀ ਬਰਨਬੀ ਤੋਂ ਨੌਜਵਾਨ ਸਰੀ ਪਹੁੰਚਿਆ ਤੇ ਉਸ ਤੋਂ ਬਾਅਦ ਉਸਨੇ ਬੱਸ ਵੀ ਲਈ, ਜਿਸ ਦੇ ਬਾਰੇ ਸਾਰਾ ਦਿਨ ਉਸਨੇ ਕੀ ਕੀਤਾ ਇਸ ਸੰਬੰਧੀ ਜਾਂਚ ਕੀਤੀ ਜਾ ਰਹੀ ਹੈ ਤੇ ਉਸ ਦੀ ਤਸਵੀਰ ਤੇ ਨਾਮ ਵੀ ਇਸੇ ਕਰਕੇ ਜਾਰੀ ਕੀਤਾ ਗਿਆ ਕਿ ਜੇਕਰ ਕਿਸੇ ਨੇ ਵੀ ਉਸ ਨੂੰ ਸਰੀ ਵਿੱਚ ਦੇਖਿਆ ਹੋਵੇ ਤਾਂ ਅਧਿਕਾਰੀਆਂ ਦੇ ਨਾਲ ਸੰਪਰਕ ਕਰਕੇ ਉਸ ਦੇ ਬਾਰੇ ਕੋਈ ਹੋਰ ਜਾਣਕਾਰੀ ਕੋਈ ਸਾਂਝੀ ਕਰ ਸਕਦਾ ਹੈ ਤਾਂ ਜ਼ਰੂਰ ਦੱਸੀ ਜਾਵੇ। ਜਿਸ ਦੇ ਬਾਰੇ ਦੱਸਿਆ ਗਿਆ ਹੈ ਕਿ 26 ਮਈ ਦੀ ਸ਼ਾਮ ਨੂੰ ਮਾਨਵ ਸਰੀ ਸੈਂਟਰਲ ਦੇ ਵਿੱਚ ਸਕਾਈ ਟ੍ਰੇਨ ਦੇ ਰਾਹੀਂ ਪਹੁੰਚਿਆ ਸੀ, ਜਿਸ ਤੋਂ ਬਾਅਦ ਅੱਗੇ ਉਹ ਬੱਸ ਦੇ ਉੱਤੇ ਗਿਆ ਤੇ ਉਸ ਪਾਰਕ ਦੇ ਨੇੜੇ ਉਸ ਦੀ ਦੇਹ ਮਿਲੀ ਹੈ। ਇਸ ਮਾਮਲੇ ਵਿੱਚ ਬੇਸ਼ੱਕ ਨਿਸ਼ਾਨਾ ਧਾਰ ਕੇ ਕਤਲ ਕੀਤਾ ਗਿਆ ਜਾਪ ਰਿਹਾ ਹੈ, ਪਰ ਇਸ ਦਾ ਸਬੰਧ ਲੋਅਰ ਮੇਨਲੈਂਡ ਦੀ ਗੈਂਗ ਹਿੰਸਾ ਦੇ ਨਾਲ ਨਹੀਂ ਜਾਪਦਾ। ਇਸ ਦੇ ਨਾਲ ਹੀ ਆਈਹਿਟ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇਕਰ ਕਿਸੇ ਦੇ ਕੋਲ ਵੀ ਕੋਈ ਡੈਸ਼ ਕੈਮ ਫੁਟੇਜ ਹੋਵੇ, CCTV ਫੁਟੇਜ ਹੋਵੇ ਜਾਂ ਕੋਈ ਚਸ਼ਮਦੀਦ ਹੋਵੇ ਉਸ ਖੇਤਰ ਵਿੱਚ, ਤਾਂ ਉਸ ਮਾਮਲੇ ਦੇ ਬਾਰੇ ਅਧਿਕਾਰੀਆਂ ਨੂੰ ਜਾਣਕਾਰੀ ਦਿੱਤੀ ਜਾ ਸਕਦੀ ਹੈ। 26 ਮਈ 2022 ਨੂੰ ਹੇਜ਼ਲਨਟ ਮੈਡੋਜ਼ ਪਾਰਕ ਦੇ ਕੋਲ ਸ਼ਾਮ ਦੇ 6 ਵਜੇ ਤੋਂ ਲੈ ਕੇ ਰਾਤ ਦੇ 9 ਵਜੇ ਤੱਕ ਦੇ ਦਰਮਿਆਨ ਦੇ ਸਮੇਂ ਵਿੱਚ ਜੇਕਰ ਕਿਸੇ ਨੇ ਵੀ ਕੁਝ ਦੇਖਿਆ ਤਾਂ ਤੁਰੰਤ ਪੁਲਿਸ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ।